ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਮਹਾਰਾਜ ਜੀਆਂ ਦਾ ਪ੍ਰਕਾਸ਼ ਮੱਤੇ ਦੀ ਸਰਾਂ ਫਿਰੋਜ਼ਪੁਰ ਵਿਖੇ ਹੁੰਦਾ ਹੈ। ਪਿਤਾ ਫੇਰੂਮਲ, ਮਾਤਾ ਸਵਰਾਏ ਜੀ ਔਰ ਸਤਿਗੁਰਾਂ ਦਾ ਜੀਵਨ, ਜਿਹੜੇ ਸੰਸਕਾਰ ਪਿਤਾ ਜੀ ਤੋਂ ਮਿਲੇ ਉਹੀ ਅੱਗੇ ਗਾਂ ਤੁਰਦੇ ਆਏ। ਜਿਵੇਂ ਦੁਕਾਨਦਾਰੀ ਕਰਨੀ, ਹੋਰ ਪਾਸੇ ਜਿਹੜੇ ਸੰਸਕਾਰ, ਜਿਹੜਾ ਸੁਭਾਅ ਪਿਤਾ ਪੁਰਖੀ ਮਿਲਿਆ। ਮਾਤਾ ਵੈਸ਼ਨੋ ਜੀ ਦੇ ਉਹ ਜਗਰਾਤਿਆਂ 'ਤੇ ਜਾਣਾ, ਉਹਨਾਂ ਦੀ ਪੂਜਾ ਕਰਨੀ, ਸਤਿਗੁਰੂ ਜੀ ਨੂੰ ਇਹ ਉਹਨਾਂ ਦੇ ਸੰਸਕਾਰਿਕ ਜੀਵਨ ਵਿੱਚ ਮਿਲਿਆ। ਪਰ ਜਦੋਂ ਮਹਾਰਾਜ ਜੀ ਬਾਬਾ ਭਾਈ ਜੋਧਾ ਜੀ ਦੇ ਜਦੋਂ ਬਚਨ ਸੁਣੇ, ਉਹਨਾਂ ਦੀ ਰਸਨਾ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਲਾਮ ਇਹ ਸੁਣਿਆ, ਜਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ। ਤਾਂ ਇਹ ਪੰਕਤੀ ਭਾਈ ਲਹਿਣਾ ਜੀ ਦੇ ਮਨ ਨੂੰ ਐਸੀ ਲੱਗੀ ਕਿ ਮਹਾਰਾਜ ਜੀ ਨੇ, ਭਾਈ ਲਹਿਣਾ ਜੀ ਨੇ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ ਚਾਹੇ। ਜਦੋਂ ਭਾਈ ਜੋਧਾ ਜੀ ਨੂੰ ਜਾ ਕੇ ਮਿਲੇ ਤਾਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਹ ਇੰਨਾ ਸੋਹਣਾ ਪਵਿੱਤਰ ਕਲਾਮ ਕਿਹਨਾਂ ਦਾ ਹੈ। ਤਾਂ ਭਾਈ ਜੋਧਾ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜੋ ਪਰਮਾਤਮਾ ਦੀ ਜੋਤ ਇਸ ਧਰਤੀ 'ਤੇ ਆਈ ਹੋਈ ਹੈ, ਪ੍ਰਕਾਸ਼ ਹੋਈ ਹੈ, ਉਹਨਾਂ ਦਾ ਕਲਾਮ ਹੈ। ਔਰ ਛੇਤੀ ਹੀ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਿੱਚ ਸਫਲ ਹੋਏ ਭਾਈ ਲਹਿਣਾ ਜੀ। ਦਰਸ਼ਨ ਕਰਦਿਆਂ ਨਿੱਤ ਜਾਣ ਦਾ ਚਾਉ ਪੈਦਾ ਹੁੰਦਾ ਗਿਆ। ਸਤਿਗੁਰਾਂ ਜੀ ਦੀ ਸੇਵਾ ਕਰਨੀ, ਉਹਨਾਂ ਦੀ ਜ਼ੁਬਾਨ ਤੋਂ, ਰਸਨਾ ਤੋਂ, ਮਹਾਰਾਜ ਜੀ ਦੀ ਰਸਨਾ ਤੋਂ ਬਾਣੀ ਸੁਣਨੀ, ਸੰਗਤਾਂ ਦੇ ਵਿੱਚ ਬੈਠਣਾ ਨਿੱਤ। ਹੌਲੀ ਹੌਲੀ ਸਮੇਂ ਦੇ ਹਿਸਾਬ ਦੇ ਨਾਲ ਜਦੋਂ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਤਾਂ ਪਛਾਣ ਭਾਈ ਲਹਿਣਾ ਜੀ ਦੀ ਹੁੰਦੀ ਗਈ। ਮਹਾਰਾਜ ਜੀ ਨੂੰ ਪਤਾ ਸੀਗਾ ਕਿ ਸਾਡੀ ਜਿਹੜੀ ਜੋਤ ਹੈ ਇਸ ਘਰ ਦੇ ਵਿੱਚ ਟਿਕ ਸਕਦੀ ਹੈ, ਪਰ ਜਿਹੜੀ ਸਿੱਖਾਂ ਦੇ ਵਿੱਚ, ਸਿੱਖੀ ਦੇ ਵਿੱਚ ਜਿਹੜੀ ਪਰਖ ਵੀ ਉਹ ਵੀ ਜ਼ਰੂਰੀ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰਜੀਵਾ ਹੋਏ। ਇਹ ਭਗਤ ਕਬੀਰ ਜੀ ਦੇ ਬਚਨ ਹਨ। ਇਸ ਕਰਕੇ ਪ੍ਰੀਖਿਆ ਜਿਹੜੀ ਲੈਣੀ ਉਹ ਵੀ ਲਾਜ਼ਮੀ ਸੀ। ਮਹਾਰਾਜ ਜੀ ਨੇ ਬੜੀਆਂ ਤਰ੍ਹਾਂ ਦੀਆਂ ਪ੍ਰੀਖਿਆਵਾਂ ਲਈਆਂ। ਜਿਵੇਂ ਇੱਕ ਵਾਰ ਹੱਥ 'ਚ ਸੋਹਣਾ ਲੋਟਾ ਫੜਿਆ, ਚਿੱਕੜ 'ਚ ਸੁੱਟਦੇ ਨੇ। ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਲੋਟਾ ਕੱਢਣ ਦੇ ਵਾਸਤੇ, ਤਾਂ ਅੱਗੋਂ ਉਹਨਾਂ ਦਾ ਜਵਾਬ ਇਹ ਸੀ ਕਿ ਪਿਤਾ ਜੀ, ਜੇ ਲੋਟਾ ਚਿੱਕੜ 'ਚੋਂ ਕੱਢਣਾ ਸੀ ਤਾਂ ਫਿਰ ਸੁੱਟਿਆ ਕਿਉਂ। ਜਦੋਂ ਭਾਈ ਲਖਮੀ ਦਾਸ ਜੀ ਨੂੰ ਪੁੱਛਿਆ ਕਿ ਦੱਸਿਆ ਕਿ ਤੁਸੀਂ ਲੋਟਾ ਚਿੱਕੜ 'ਚੋਂ ਬਾਹਰ ਕੱਢੋ, ਤਾਂ ਉਹਨਾਂ ਦਾ ਵੀ ਅੱਗੋਂ ਇਹੀ ਉੱਤਰ ਸੀ ਕਿ ਪਿਤਾ ਜੀ, ਵੱਡੇ ਭਰਾ ਠੀਕ ਕਹਿੰਦੇ ਨੇ ਕਿ ਜੇ ਲੋਟਾ ਕੱਢਣਾ ਸੀ ਤਾਂ ਫਿਰ ਸੁੱਟਿਆ ਕਿਉਂ। ਤਾਂ ਇਸ ਕਰਕੇ ਜਦੋਂ ਭਾਈ ਲਹਿਣਾ ਜੀ ਨੂੰ ਉਹਨਾਂ ਨੂੰ ਆਖਿਆ ਗਿਆ ਕਿ ਭਾਈ ਲਹਿਣਾ ਜੀ, ਪਰਮ ਪੁਰਖ ਜੀ ਆਪ ਜੀ ਲੋਟਾ ਚਿੱਕੜ 'ਚੋਂ ਕੱਢੋ, ਤਾਂ ਭਾਈ ਲਹਿਣਾ ਜੀ ਨੇ ਇਹ ਨਹੀਂ ਵੇਖਿਆ ਕਿ ਮੇਰੇ ਬਸਤਰ ਕਿੰਨੇ ਸੋਹਣੇ ਪਾਏ ਹੋਏ ਨੇ। ਉਸ ਟਿੱਬੇ ਦੇ ਟੋਏ ਦੇ ਵਿੱਚ ਪਾਣੀ ਘੱਟ ਸੀ, ਪਰ ਗਾਰਾ ਚਿੱਕੜ ਜ਼ਿਆਦਾ ਸੀ। ਭਾਈ ਲਹਿਣਾ ਜੀ ਛਾਲ ਮਾਰ ਕੇ ਵੜ ਗਏ ਅਤੇ ਸੋਹਣਾ ਲੋਟਾ ਜਦੋਂ ਬਾਹਰ ਕੱਢਿਆ, ਮਹਾਰਾਜ ਜੀ ਨੂੰ ਸੌਂਪਿਆ, ਤਾਂ ਸਤਿਗੁਰੂ ਜੀ ਖੁਸ਼ ਹੋ ਕੇ ਗਲ ਵਕੜੀ ਦੇ ਵਿੱਚ ਲੈ ਲਿਆ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ। ਇਸੇ ਤਰ੍ਹਾਂ ਅਗਾਹਾਂ ਹੋਰ ਕਸਵੱਟੀਆਂ ਜਿਹੜੀਆਂ ਜ਼ਿੰਦਗੀ 'ਚ ਉਹਨਾਂ ਦੀ ਪਰਖ ਹੁੰਦੀ ਗਈ। ਜਿਵੇਂ ਇੱਕ ਵਾਰੀ ਮਹਾਰਾਜ ਜੀ ਭਰੀ ਸੰਗਤ ਦੇ ਵਿੱਚ, ਹਜ਼ਾਰਾਂ ਦੇ ਹਿਸਾਬ ਦੇ ਨਾਲ ਸੰਗਤ ਬੈਠੀ ਹੋਈ ਹੈ, ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਕਿ ਪੁੱਤਰ ਜੀ, ਆਹ ਜਿਹੜੀ ਸੰਗਤ ਸਾਡੇ ਕੋਲ ਆ ਕੇ ਬੈਠੀ ਹੋਈ ਹੈ, ਅੱਜ ਇਹਨਾਂ ਨੂੰ ਹੁਣੇ ਹੀ ਇਸੇ ਟਾਈਮ ਮਠਿਆਈ ਜਿਹੜੀ ਉਹ ਛਕਾਉਣੀ ਹੈ। ਪਰ ਬਾਬਾ ਸ਼੍ਰੀ ਚੰਦ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪਿਤਾ ਜੀ, ਐਡੀ ਛੇਤੀ ਮਠਿਆਈ ਜਿਹੜੀ ਉਹ ਲਿਆਉਣੀ, ਰਸਦ ਪਾਣੀ ਲਿਆਉਣਾ ਬੜਾ ਕਠਿਨ ਹੈ, ਬੜਾ ਔਖਾ ਹੈ, ਇਹ ਕਿਵੇਂ ਹੋ ਸਕਦਾ। ਬਾਬਾ ਲਖਮੀ ਦਾਸ ਜੀ ਨੂੰ ਜਦੋਂ ਆਖਿਆ ਤਾਂ ਉਹਨਾਂ ਦਾ ਵੀ ਅੱਗੋਂ ਇਹੀ ਜਵਾਬ ਸੀ ਕਿ ਐਡੀ ਛੇਤੀ ਮਠਿਆਈ ਜਿਹੜੀ ਲਿਆਉਣੀ ਬੜੀ ਔਖੀ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੱਗੋਂ ਇਹ ਉੱਤਰ ਦਿੱਤਾ ਕਿ ਪੁੱਤਰ ਜੀ, ਉਹ ਸਾਹਮਣੇ ਜੰਡ ਦਾ ਰੁੱਖ ਹੈ, ਉੱਥੇ ਚੜ੍ਹੋ ਔਰ ਚੜ੍ਹ ਕੇ ਉਹਨੂੰ ਹਿਲਾਓ, ਥੱਲੇ ਇੱਕ ਚਾਦਰ ਵਿਛਾ ਲਓ, ਮਿਠਾਈ ਡਿੱਗੇਗੀ। ਇਹ ਗੱਲ ਸੁਣ ਕੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਉਹਨਾਂ ਨੇ ਇਹ ਕਹਿ ਦਿੱਤਾ
ਕਿ ਸਾਡੇ ਪਿਤਾ ਜੀ ਵਡੇਰੀ ਉਮਰ ਦੇ ਕਾਰਨ ਅਣਹੋਣੀਆਂ ਗੱਲਾਂ ਕਰਦੇ ਨੇ ਔਰ ਰੁੱਖ ਤੇ ਚੜ੍ਹਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਿਤਾ ਜੀ ਵੇਖੋ, ਰੁੱਖਾਂ ਤੋਂ ਮਠਿਆਈ ਨਹੀਂ ਡਿੱਗਦੀ। ਇੱਕ ਤੁਸੀਂ ਰੁੱਖ ਵੀ ਉਹ ਚੁਣਿਆ ਜਿਹੜਾ ਜੰਟ ਦਾ ਰੁੱਖ ਹੈ, ਜਿਹਨੂੰ ਕੋਈ ਚੰਗੇ ਫਲ ਤੇ ਫੁੱਲ ਵੀ ਨਹੀਂ ਲੱਗਦੇ, ਉੱਥੋਂ ਅਸੀਂ ਮਠਿਆਈ ਦੀ ਆਸ ਕਿਵੇਂ ਰੱਖ ਸਕਦੇ ਹਾਂ। ਜਦੋਂ ਭਾਈ ਲਹਿਣਾ ਜੀ ਨੂੰ ਇਹੀ ਗੱਲ ਆਖੀ ਕਿ ਭਾਈ ਲਹਿਣਾ ਜੀ ਤੁਸੀਂ ਦਰਖਤ ਤੇ ਚੜ੍ਹ ਕੇ ਮਠਿਆਈ ਜਿਹੜੀ ਉਹ ਰੁੱਖ ਨੂੰ ਹਿਲਾਓ, ਥੱਲੇ ਡਿੱਗੇਗੀ, ਤਾਂ ਭਾਈ ਲਹਿਣਾ ਜੀ ਨੇ ਇਹ ਨਹੀਂ ਵੇਖਿਆ ਕਿ ਮਠਿਆਈ ਡਿੱਗਣੀ ਜਾਂ ਨਹੀਂ, ਕਿਉਂਕਿ ਸਿੱਖ ਦਾ ਫਰਜ਼ ਹੈ ਹੁਕਮ ਨੂੰ ਮੰਨਣਾ, ਨਾ ਕਿ ਉਹਦੇ ਤੇ ਪ੍ਰਸ਼ਨ ਕਰਨੇ। ਸਿੱਖ ਦਾ ਫਰਜ਼ ਹੈ ਗੁਰੂ ਦੇ ਹੁਕਮ ਨੂੰ ਮੰਨਣਾ। ਉਹਨਾਂ ਨੇ ਕਹਿ ਦਿੱਤਾ, ਬਾਬਾ ਸ਼੍ਰੀ ਚੰਦ ਜੀ ਨੇ, ਕਿ ਭਾਈ ਲਹਿਣਾ ਜੀ ਕਦੇ ਰੁੱਖਾਂ ਤੋਂ ਵੀ ਮਠਿਆਈ ਡਿੱਗੀ ਹੈ? ਇੱਦਾਂ ਨਹੀਂ ਹੋ ਸਕਦਾ, ਸਾਡੇ ਪਿਤਾ ਜੀ ਅਣਹੋਣੀਆਂ ਗੱਲਾਂ ਕਰਦੇ ਨੇ, ਤੁਸੀਂ ਥੱਲੇ ਆ ਜਾਓ। ਪਰ ਭਾਈ ਲਹਿਣਾ ਜੀ ਨੇ ਆਖਿਆ ਕਿ ਸਾਡਾ ਫਰਜ਼ ਹੈ ਗੁਰੂ ਦਾ ਹੁਕਮ ਮੰਨਣਾ, ਮਠਿਆਈ ਡਿੱਗੀ ਚਾਹੇ ਨਾ, ਉਹ ਸਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ। ਤਾਂ ਧੰਨ ਗੁਰੂ ਭਾਈ ਲਹਿਣਾ ਜੀ ਨੇ ਰੁੱਖ ਤੇ ਚੜ੍ਹ ਕੇ ਰੁੱਖ ਨੂੰ ਹਿਲਾਇਆ, ਮਠਿਆਈ ਵੀ ਡਿੱਗੀ, ਸੰਗਤਾਂ 'ਚ ਵੀ ਵਰਤਾਈ ਗਈ। ਇਸੇ ਤਰ੍ਹਾਂ ਅਗਾਹਾਂ ਹੋਰ ਜਿਹੜੀਆਂ ਕਸੌਟੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਪਰਖੀਆਂ ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਖੀਰ ਵੇਲੇ ਇੱਕ ਅਨੋਖਾ ਜਿਹਾ ਰੂਪ ਧਾਰਨ ਕਰ ਲਿਆ। 4-5 ਪਿੱਛੇ ਕੁੱਤੇ ਲਾ ਲਏ ਤੇ ਲੱਖਾਂ ਦੀ ਤਾਦਾਦ ਦੇ ਨਾਲ ਹਜ਼ਾਰਾਂ ਦੀ ਲੋਕਾਂ ਦੀ ਜਿਹੜੀ ਭੀੜ ਸੀ ਉਹ ਪਿੱਛੇ ਆ ਰਹੀ ਸੀ। ਔਰ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਕੀ ਕੀਤਾ ਕਿ ਵੱਟੇ ਮਾਰਨੇ ਸ਼ੁਰੂ ਕੀਤੇ। ਵੱਟੇ ਮਾਰਨ ਦੇ ਨਾਲ ਕੁਝ ਲੋਕ ਤੇ ਪਿੱਛੇ ਮੁੜ ਗਏ, ਪਰ ਕੁਝ ਲੋਕ ਅਜੇ ਵੀ ਆ ਰਹੇ ਨੇ ਪਿੱਛੇ ਪਿੱਛੇ ਮਹਾਰਾਜ ਜੀ ਦੇ। ਜਦੋਂ ਹੋਰ ਲੋਕ ਪਿੱਛੇ ਆਉਂਦੇ ਵੇਖੇ ਤਾਂ ਮਹਾਰਾਜ ਜੀ ਨੇ ਜਿਹੜਾ ਸੋਟਾ ਹੱਥ 'ਚ ਫੜਿਆ ਹੋਇਆ ਸੀ ਉਹ ਵਰਾਉਣਾ ਸ਼ੁਰੂ ਕਰ ਦਿੱਤਾ। ਸੋਟਾ ਵਰਾਉਣ ਦੇ ਨਾਲ ਜਿਹੜੇ ਪਿੱਛੇ ਲੋਕ ਆ ਰਹੇ ਸੀ ਉਹਨਾਂ 'ਚੋਂ ਵੀ ਕਾਫੀ ਸਾਰੇ ਲੋਕ ਜਿਹੜੇ ਨੇ ਪਿੱਛੇ ਮੁੜ ਗਏ। ਸਿਰਫ 4 ਕੀ ਸਰੀਰ ਜਿਹੜੇ ਨੇ ਪਿੱਛੇ ਆਉਂਦੇ ਦਿਖੇ। ਜਦੋਂ 4 ਕੀ ਸਰੀਰ ਆਉਂਦੇ ਦਿਖੇ ਤਾਂ ਮਹਾਰਾਜ ਜੀ ਨੇ ਉਦੋਂ ਆਪਣੇ ਝੋਲੇ 'ਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਖਿਲਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਦੁੱਖ ਤੋਂ ਡਰਦੇ, ਡੰਡਿਆਂ ਤੋਂ ਡਰਦੇ, ਵੱਟਿਆਂ ਦੀ ਮਾਰ ਤੋਂ ਡਰਦੇ ਤਾਂ ਮੁੜ ਗਏ, ਪਰ ਮਾਇਆ ਨੂੰ ਵੇਖ ਕੇ, ਸੁੱਖ ਨੂੰ ਵੇਖ ਕੇ ਉਹਨਾਂ ਤੋਂ ਰਿਹਾ ਨਹੀਂ ਗਿਆ। ਉਹ ਪਿੱਛੇ ਪਿੱਛੇ ਮੋਹਰਾਂ ਚੁੱਕ ਕੇ ਜੇਬਾਂ 'ਚ ਪਾ ਕੇ ਉਹ ਵੀ ਪਿੱਛੇ ਮੁੜਦੇ ਗਏ, ਜਿਹੜੇ 3-4 ਪਿੱਛੇ ਆ ਰਹੇ ਸੀ। ਹੁਣ ਬਚੇ ਸੀ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਜਦੋਂ ਇਕੱਲੇ ਤੁਰੇ ਆ ਰਹੇ ਨੇ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਲਹਿਣਿਆ, ਜਦੋਂ ਸਾਰੇ ਪਿੱਛੋਂ ਜਿਹੜੇ ਲੋਕ ਆ ਰਹੇ ਨੇ ਵਾਪਸ ਮੁੜ ਗਏ ਨੇ, ਤੂੰ ਕਿਉਂ ਨਹੀਂ ਜਾ ਰਿਹਾ? ਭਾਈ ਲਹਿਣਾ ਜੀ ਦਾ ਉੱਤਰ ਇਹ ਸੀਗਾ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਹੜੇ ਪਿੱਛੇ ਮੁੜ ਗਏ ਨੇ ਉਹਨਾਂ ਦਾ ਪਿੱਛੇ ਕੋਈ ਨਾ ਕੋਈ ਹੈ, ਕੋਈ ਨਾ ਕੋਈ ਟਿਕਾਣਾ ਹੈ, ਪਰ ਮੈਂ ਤਾਂ ਨਿਥਾਵਾਂ ਹਾਂ। ਮੇਰਾ ਟਿਕਾਣਾ ਇੱਕੋ ਹੈ ਸਤਿਗੁਰੂ ਜੀ, ਤੁਹਾਡੇ ਚਰਨਾਂ ਦੇ ਵਿੱਚ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸੀਨੇ ਦੇ ਨਾਲ ਲਾ ਕੇ ਆਖਿਆ, ਭਾਈ ਲਹਿਣਿਆ, ਨਿਥਾਵਾ ਤੂੰ ਨਹੀਂ, ਨਿਥਾਵਾ ਮੈਂ ਹਾਂ। ਕਿਉਂਕਿ ਸਾਡੀ ਜੋਤ ਨੂੰ ਕੋਈ ਘਰ ਚਾਹੀਦਾ ਸੀ ਜਿਹਦੇ 'ਚ ਸਾਡੀ ਜੋਤ ਟਿਕ ਸਕੇ, ਔਰ ਤੂੰ ਉਸ ਜੋਤ ਵਾਸਤੇ ਪਾਸ ਹੋਇਆ ਹੈ। ਅੱਜ ਤੋਂ ਅਸੀਂ ਤੇਰੇ ਹਿਰਦੇ ਦੇ ਵਿੱਚ ਵਾਸ ਕਰਦੇ ਹਾਂ। ਤੇ ਭਾਈ ਲਹਿਣਾ ਜੀ ਨੇ ਇਹ ਜਿਹੜੀਆਂ ਕਸੌਟੀਆਂ ਪਾਸ ਕਰਕੇ ਸਤਿਗੁਰੂ ਜੀ ਦਾ ਹੁਕਮ ਸਿਰ ਮੱਥੇ ਮੰਨ ਕੇ, ਜਿਹੜੀ ਜੋਤ ਸਤਿਗੁਰੂ ਜੀ ਦੀ ਦੂਸਰੇ ਪਾਤਸ਼ਾਹ ਗੁਰੂ ਦਾ ਅੰਗ ਬਣ ਕੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵਾਲਾ ਮਾਣ ਜਿਹੜਾ ਉਹਨਾਂ ਨੇ ਹਾਸਲ ਕੀਤਾ, ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਅਸੀਂ ਸਾਰੇ ਮਨਾ ਰਹੇ ਹਾਂ। ਔਰ ਉਹਨਾਂ ਦੇ ਜੀਵਨ ਤੋਂ ਇਹੀ ਸਿੱਖਿਆ ਸਾਨੂੰ ਸਿੱਖਣ ਨੂੰ ਮਿਲਦੀ ਹੈ ਕਿ ਹੁਕਮ ਮੰਨਣਾ ਕਿੰਨਾ ਜ਼ਰੂਰੀ ਹੈ। ਅੱਗੋਂ ਉਹਦਾ ਫਲ ਲੈਣ ਦੀ ਇੱਛਾ ਕਰਨੀ ਜਾਂ ਕੋਈ ਫਰਮਾਇਸ਼ ਕਰਨੀ, ਉਹ ਸਾਡਾ ਫਰਜ਼ ਨਹੀਂ, ਉਹ ਸਾਡਾ ਹੱਕ ਨਹੀਂ। ਸਾਡਾ ਕੰਮ ਹੈ ਹੁਕਮ ਮੰਨਣਾ ਔਰ ਨਿਤਨੇਮੀ ਹੋਣਾ, ਬਾਣੀ ਪੜ੍ਹਨੀ, ਅੰਮ੍ਰਿਤ ਧਾਰੀ ਹੋਣਾ। ਬਾਣੀ ਪੜ੍ਹਨ ਦੇ ਨਾਲ ਸਾਨੂੰ ਕੀ ਮਿਲਣਾ ਜਾਂ ਨਹੀਂ ਮਿਲਣਾ, ਉਹ ਸਾਡਾ ਕੋਈ ਪੁੱਛਣ ਦਾ ਹੱਕ ਨਹੀਂ। ਗੁਰੂ ਵੇਖ ਰਿਹਾ ਏ, ਉਹਦੇ ਸਿੱਖ ਹਾਂ, ਔਰ ਉਹਨੇ ਆਪਣੇ ਸਿੱਖਾਂ ਨੂੰ ਕਦੇ ਨਿਰਾਸ਼ ਨਹੀਂ ਹੋਣ ਦਿੱਤਾ। ਇਸ ਕਰਕੇ ਬਾਣੀ ਪੜ੍ਹਨਾ, ਅੰਮ੍ਰਿਤ ਛਕਣਾ, ਅੰਮ੍ਰਿਤ ਧਾਰੀ ਹੋਣਾ, ਰਹਿਤ ਜਿਹੜੀ ਉਹ ਪੱਕੀ ਰੱਖਣੀ, ਇਹ ਸਿੱਖ ਦਾ ਫਰਜ਼ ਹੈ। ਅੱਗੋਂ ਕੋਈ ਫਰਮਾਇਸ਼ ਕਰਨੀ ਜਾਂ ਕੋਈ ਫਲ ਦੀ ਇੱਛਾ ਕਰਨੀ, ਉਹ ਸਿੱਖਾਂ ਦਾ ਫਰਜ਼ ਨਹੀਂ। ਗੁਰੂ ਕਿਰਪਾ ਰਹਿਮਤ ਕਰੇ, ਸਤਿਗੁਰੂ ਅੰਗਦ ਦੇਵ ਪਾਤਸ਼ਾਹ ਵਾਲਾ ਜੀਵਨ, ਉਹਦੀ ਸਾਨੂੰ ਜੀਣ ਦੀ ਜਾਚ ਸਾਡੇ 'ਚ ਵੀ ਆ ਜਾਵੇ, ਸਾਡੇ 'ਤੇ ਵੀ ਸਤਿਗੁਰੂ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ।
ਹੁਕਮ ਮੰਨਣ ਦੀ ਜਿਹੜੀ ਕਸਵੱਟੀ ਉਹਦੇ 'ਚੋਂ ਆਪਾਂ ਪਾਸ ਹੋ ਕੇ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ ਵਾਲੀ ਗੱਲ ਆਪਣੇ ਹਿਰਦੇ 'ਚ ਵਸਾ ਕੇ ਸਤਿਗੁਰਾਂ ਜੀ ਦੇ ਜਿਹੜੇ ਉਹ ਮਾਣ ਪ੍ਰਾਪਤ ਕਰੀਏ, ਉਹਨਾਂ ਦਾ ਪਿਆਰ ਹਾਸਲ ਕਰੀਏ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।